ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਅਖਬਾਰਾਂ 'ਚੋਂ ਪੰਥ ਅਤੇ ਪੰਜਾਬ ਦੀਆਂ ਇਸ ਹਫ਼ਤੇ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ। ਮੈਂ ਭੁਪਿੰਦਰ ਸਿੰਘ ਭਾਈ ਖੇਲ। ਮੌਜੂਦਾ ਲੋਕ ਸਭਾ ਚੋਣਾਂ ਵਿੱਚ ਗਾਇਬ ਹਨ ਪੰਥ ਅਤੇ ਪੰਜਾਬ ਦੇ ਭਖਦੇ ਮਸਲੇ। ਪੰਜਾਬ ਦੇ ਲੀਡਰਾਂ ਨੇ ਆਪਣੀਆਂ ਪਾਰਟੀਆਂ ਨਾਲ ਵਫਾਦਾਰੀਆਂ ਤਾਂ ਤੋੜੀਆਂ ਹੀ ਹਨ, ਕਹਿੰਦੇ ਕਹਾਉਂਦੇ ਪੰਥ ਅਤੇ ਪੰਜਾਬ ਦੇ ਅਲੰਬਰਦਾਰ ਲੀਡਰਾਂ ਨੇ ਵੀ ਦਰਿਆਈ ਪਾਣੀ, ਚੰਡੀਗੜ੍ਹ ਵਰਗੇ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਦਿੱਤਾ। ਕੋਈ ਨਹੀਂ ਬੋਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਘਟਨਾਵਾਂ ਦੇ ਇਨਸਾਫ ਅਤੇ 328 ਸਰੂਪਾਂ ਦੇ ਗਾਇਬ ਹੋਣ ਦੇ ਮਸਲੇ ਬਾਰੇ। ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਿਸਾਨਾਂ ਨੂੰ ਕਿਸਾਨੀ ਮੰਗਾਂ ਬਾਰੇ ਖੁੱਲ੍ਹੀ ਬਹਿਸ ਬਾਰੇ ਵੰਗਾਰ ਦੇ ਚੈਲੰਜ ਨੂੰ ਸਵੀਕਾਰਦੇ ਹੋਏ ਬੀਤੇ ਦਿਨੀ ਕਿਸਾਨ ਆਗੂ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਉਡੀਕਦੇ ਰਹੇ, ਪਰ ਇੱਕ ਵੀ ਭਾਜਪਾ ਆਗੂ ਦੇ ਨਾ ਪਰਤਣ ਕਰਕੇ ਭਾਜਪਾ ਦੇ ਝੂਠੇ ਪ੍ਰੋਪੇਗੈਂਡੇ ਅਤੇ ਵਾਅਦਾ ਖਿਲਾਫੀ ਦਾ ਉਘੜਿਆ ਭਾਜ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਨੂੰ MSP ਦੇਣ ਦਾ ਵਾਅਦਾ ਕਰਨ ਵਾਲੇ ਭਗਵੰਤ ਮਾਨ ਹੁਣ ਮੁਕਰ ਗਏ ਆਪਣੇ ਵਾਅਦੇ ਤੋਂ। ਤਿਹਾੜ ਜੇਲ੍ਹ ਵਿੱਚ ਬੰਦ ਸਰਬੱਤ ਖਾਲਸਾ ਵੱਲੋਂ ਐਲਾਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਸਿੱਖੀ ਸਿਧਾਂਤ ਦਾ ਹਵਾਲਾ ਦੇ ਕੇ ਲੋਕ ਸਭਾ ਚੋਣਾਂ ਲੜਨ ਤੋਂ ਕੀਤੀ ਸਾਫ਼ ਨਾ। ਪਰ ਦੂਜੇ ਪਾਸੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ NSA ਤਹਿਤ ਬੰਦ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸੰਗਤ ਦੇ ਹੁਕਮ ਨੂੰ ਮੁੱਖ ਰੱਖਦੇ ਹੋਏ ਲੜ ਸਕਦੇ ਹਨ ਚੋਣਾਂ। ਗਿਆਨੀ ਰਘਬੀਰ ਸਿੰਘ ਤੋਂ ਸੰਗਤਾਂ ਨਿਰਾਸ਼। ਬੰਦੀ ਸਿੰਘਾਂ ਦੀ ਰਿਹਾਈ ਲਈ ਹਸਤਾਖਰ ਮੁਹਿੰਮ ਚਲਾ ਕੇ ਸ਼੍ਰੋਮਣੀ ਕਮੇਟੀ ਨੇ ਸਿਰ ਤੋੜ ਯਤਨ ਕਰਕੇ 25 ਲੱਖ ਦੇ ਤਕਰੀਬਨ ਪ੍ਰੋਫਾਰਮੇ ਭਰਵਾਏ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਬ ਕਮੇਟੀਆਂ ਵੀ ਬਣਾਈਆਂ, ਪਰ ਇਹ ਸਭ ਸ਼੍ਰੋਮਣੀ ਕਮੇਟੀ ਦੀਆਂ ਫਾਈਲਾਂ ਵਿੱਚ ਦਬ ਕੇ ਰਹਿ ਗਿਆ। ਨਾ ਇਹ ਕਮੇਟੀਆਂ ਠੋਸ ਨਤੀਜਾ ਦੇ ਸਕੀਆਂ ਅਤੇ ਨਾ ਹੀ ਜਥੇਦਾਰ ਰਘਬੀਰ ਸਿੰਘ ਨੇ ਕੀਤੀ ਕੋਈ ਪਹਿਲ। ਨਿਊਯਾਰਕ ਸਿਟੀ 'ਚ ਹੋਣ ਵਾਲੀ 36ਵੀਂ ਸਿੱਖ ਡੇ ਪਰੇਡ ਵਿੱਚ ਭਾਰਤ ਸਰਕਾਰ ਅਤੇ ਬਾਦਲਾਂ ਦੀ ਘੁਸਪੈਠ ਦੀ ਕੋਸ਼ਿਸ਼ਾਂ ਨੂੰ ਲੈ ਕੇ ਪਰੇਡ ਦੇ ਪ੍ਰਬੰਧਕਾਂ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜਾਰੀ ਕੀਤੀ ਚੇਤਾਵਨੀ ਕਿ ਚੋਰੀ ਛਿਪੇ ਬਾਦਲ ਵੱਲੋਂ ਸਿੱਖਾਂ ਸਿਰ ਮੜੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਪਰੇਡ ਵਿੱਚ ਸ਼ਾਮਿਲ ਹੋਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸ੍ਰੀ ਪਟਨਾ ਸਾਹਿਬ ਦੀ ਹੀ ਪ੍ਰਬੰਧਕ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਨੂੰ ਝੂਠ ਬੋਲ ਕੇ ਸੰਗਤ ਅਤੇ ਪੰਜ ਪਿਆਰਿਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵਿੱਚ ਐਲਾਨਿਆ ਤਨਖਾਹੀਆ। ਜ਼ਿਕਰਯੋਗ ਹੈ ਹਰਬੰਸ ਸਿੰਘ ਨੇ 2023 ਵਿੱਚ ਵਿਵਾਦਿਤ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਦੀ ਸੇਵਾ ਜਾਰੀ ਰੱਖਣ ਬਾਰੇ ਚਿੱਠੀ ਲਿਖੀ ਸੀ, ਲੇਕਿਨ ਉਹ ਪੰਜ ਪਿਆਰਿਆਂ ਦੇ ਸਾਹਮਣੇ ਮੁਕਰ ਗਏ ਸਨ। ਇਟਲੀ ਵਿੱਚ ਢਾਡੀ ਮਿਲਖਾ ਸਿੰਘ ਮੌਜੀ ਤੇ ਕਿਰਪਾਨ ਰੱਖਣ ਕਰਕੇ ਦਰਜ ਹੋਇਆ ਪਰਚਾ, ਜਿਸ ਦਾ ਇਟਲੀ ਇੰਡੀਅਨ ਸਿੱਖ ਕਮਿਊਨਿਟੀ ਨੇ ਲਿਆ ਗੰਭੀਰ ਨੋਟਿਸ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 2023 ਵਿੱਚ ਲਈ ਗਈ ਪਹਿਲੇ ਅਤੇ ਦੂਜੇ ਦਰਜੇ ਦੀ ਧਾਰਮਿਕ ਪ੍ਰੀਖਿਆ ਵਿੱਚ ਸ਼ਾਮਿਲ ਹੋਏ 43,803 ਵਿਦਿਆਰਥੀਆਂ ਵਿੱਚੋਂ ਮੈਰਿਟ ਵਿੱਚ ਆਏ 1,549 ਵਿਦਿਆਰਥੀਆਂ ਨੂੰ 29,88,000 ਰੁਪਏ ਵੀਜ਼ਾ ਰਾਸ਼ੀ ਦਿੱਤੀ ਜਾਵੇਗੀ, ਦੱਸਿਆ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ ਨੇ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ABC ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਦੀ ਭਾਰਤ ਸਰਕਾਰ ਨੇ ਵਰਕ ਵੀਜ਼ੇ ਦੀ ਮਿਆਦ ਨਾ ਵਧਾ ਕੇ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ। ਭਾਰਤ ਸਰਕਾਰ ਅਵਨੀ ਡਾਇਸ ਵੱਲੋਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਰਿਪੋਰਟਿੰਗ ਕਰਨ ਕਾਰਨ ਸਖਤ ਨਾਰਾਜ਼ ਹੈ। ਅਮਰੀਕੀ ਸੰਸਦ ਦੀ ਸੁਤੰਤਰ ਖੋਜ ਬ੍ਰਾਂਚ ਕਾਂਗਰੈਸ਼ਨਲ ਰਿਸਰਚ ਸਰਵਿਸਿਜ਼ CRS ਦੀ ਇਨ ਫੋਕਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਲਾਗੂ ਕੀਤਾ ਗਿਆ CAA ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦਾ ਹਿੰਦੂ ਬਹੁਗਿਣਤੀਵਾਦੀ ਮੁਸਲਿਮ ਵਿਰੋਧੀ ਏਜੰਡਾ ਹੈ, ਜੋ ਭਾਰਤੀ ਸੰਵਿਧਾਨ ਦੀਆਂ ਹੀ ਕੁਝ ਧਾਰਾਵਾਂ ਦੀ ਉਲੰਘਣਾ ਕਰਦਾ ਹੈ। ਉਸ ਦੇ ਧਰਮ ਨਿਰਪੱਖ ਗਣਤੰਤਰ ਵਾਲੇ ਅਕਸ ਨੂੰ ਘਟਾ ਰਿਹਾ ਹੈ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਅਤੇ ਜ਼ਿੰਮੇਵਾਰੀਆਂ ਦੀ ਵੀ ਉਲੰਘਣਾ ਹੈ। ਸਕਾਟਲੈਂਡ ਦੇ ਸਿੱਖਾਂ ਤੋਂ ਪ੍ਰੇਰਿਤ ਹੋ ਕੇ ਕਲਾਕ੍ਰਿਤੀਆਂ ਬਣਾਉਣ ਵਾਲੀ ਸਿੱਖ ਕਲਾਕਾਰ ਜਸਲੀਨ ਕੌਰ ਬਰਤਾਨੀਆ ਦੇ ਵਕਾਰੀ ਟਰਨਰ ਪੁਰਸਕਾਰ ਮੁਕਾਬਲੇ ਦੇ 4 ਫਾਈਨਲਿਸਟ ਵਿੱਚ ਸ਼ਾਮਲ। ਚਿੱਤਰਕਾਰ JMW ਦੇ ਨਾਮ ਤੇ ਸ਼ੁਰੂ ਕੀਤੇ ਗਏ ਇਸ ਪੁਰਸਕਾਰ ਵਿੱਚ ਜੇਤੂ ਨੂੰ 25,000 ਪਾਉਂਡ ਅਤੇ 3 ਹੋਰ ਨੂੰ 10,000 ਪਾਉਂਡ ਦਿੱਤਾ ਜਾਵੇਗਾ। ਇੰਗਲੈਂਡ ਦੀ ਹੈਰੀਟੇਜ ਸੈਂਟਰ ਲਿਸੈਸਟਰਸ਼ਾਇਰ ਮਿਊਜ਼ੀਅਮ ਵਿਖੇ ਪ੍ਰੇਰਣਾਦਾਇਕ ਸਿੱਖ ਔਰਤਾਂ ਅਤੇ ਮੱਧਕਾਲੀ ਅੰਗਰੇਜ਼ ਔਰਤਾਂ ਦੀ ਬਹਾਦਰੀ, ਰੂਹਾਨੀਅਤ ਅਤੇ ਯੋਗਦਾਨ ਨੂੰ ਲੈ ਕੇ ਪ੍ਰਦਰਸ਼ਨੀ ਸ਼ੁਰੂ। ਪਹਿਲੀ ਵਾਰ ਲੱਗੀ ਇਹ ਪ੍ਰਦਰਸ਼ਨੀ ਅਕਤੂਬਰ ਤੱਕ ਚੱਲੇਗੀ। ਸਿੱਖ ਵਿਦਵਾਨਾਂ ਦਾ ਸ਼੍ਰੋਮਣੀ ਕਮੇਟੀ ਨੂੰ ਸਵਾਲ। ਪ੍ਰਵਾਸੀ ਭਾਰਤੀ ਸਿੱਖ ਚਿੰਤਕ ਅਤੇ ਇਤਿਹਾਸਕਾਰ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਪੱਤਰ ਲਿਖ ਕੇ ਪੁੱਛਿਆ ਹੈ
ਕਿ ਜਦੋਂ ਨਾਨਕਸ਼ਾਹੀ ਕੈਲੰਡਰ ਵਿੱਚ ਪੰਚਮ ਪਾਤਸ਼ਾਹ ਦਾ ਜਨਮ ਦਿਹਾੜਾ 19 ਵਿਸਾਖ ਦਰਜ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਸਾਲ 18 ਵਿਸਾਖ ਕਿਉਂ ਮਨਾ ਰਹੀ ਹੈ ਅਤੇ ਹਰ ਸਾਲ ਵੱਖੋ ਵੱਖਰੀਆਂ ਤਰੀਕਾਂ ਤੇ ਕਿਉਂ ਮਨਾਉਂਦੀ ਹੈ। ਆਖਰ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਸੰਬੰਧੀ ਸੰਗਤ ਨੂੰ ਦੁਬਿਧਾ ਵਿੱਚ ਪਾ ਕੇ ਕਿਉਂ ਰੱਖਣਾ ਚਾਹੁੰਦੀ ਹੈ? ਕੀ ਸ਼੍ਰੋਮਣੀ ਕਮੇਟੀ ਉੱਪਰ ਕਿਸੇ ਡੇਰੇਦਾਰ ਪੰਥ ਵਿਰੋਧੀ ਸ਼ਕਤੀ ਦਾ ਦਬਾਅ ਹੈ? ਅਖੀਰ ਵਿੱਚ ਬਰਤਾਨਵੀ ਸਿੱਖਾਂ ਦਾ ਇਤਿਹਾਸਿਕ ਫੈਸਲਾ। ਬਰਤਾਨਵੀ ਸਰਕਾਰ ਵੱਲੋਂ ਜਾਰੀ ਬਲੂਮ ਰਿਪੋਰਟ ਵਿੱਚ ਸਿੱਖਾਂ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿੱਚ ਬਰਤਾਨੀਆ ਦੇ ਸਿੱਖਾਂ ਨੇ ਸਿੱਖਾਂ ਦੇ ਮਸਲੇ ਆਪ ਹੱਲ ਕਰਨ ਦਾ ਲਿਆ ਅਹਿਮ ਫੈਸਲਾ। ਬਰਤਾਨਵੀ ਅਦਾਲਤਾਂ ਵਿੱਚ ਕੰਮ ਕਰਨ ਵਾਲੇ ਜੱਜਾਂ, ਵਕੀਲਾਂ, ਬੈਰਿਸਟਰਸ ਨੇ ਸਾਂਝੇ ਤੌਰ ਤੇ ਸਿੱਖਸ ਇਨ ਲਾਅ ਬੈਨਰ ਅਧੀਨ ਸਿੱਖ ਮਸਲਿਆਂ ਦੇ ਹੱਲ ਲਈ ਸਿੱਖ ਅਦਾਲਤ ਦੀ ਸਥਾਪਨਾ ਕੀਤੀ ਹੈ, ਜਿਸ ਵਿੱਚ ਸਿੱਖਾਂ ਦੇ ਵਿਵਾਦਾਂ ਨੂੰ ਸਿੱਖੀ ਕਦਰਾਂ ਕੀਮਤਾਂ ਅਤੇ ਮਾਣ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਲਝਾਇਆ ਜਾਵੇਗਾ। ਪੇਸ਼ ਹੈ ਇੱਕ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਵਾਸਤੇ ਖਾਲਸੇ ਸਮਾਜ ਦੀ ਸੇਵਾ। And I've just been appointed as a judge of the Sikh court, which is a great honour to be appointed. I hope to be of service to the community. I think the Sikh court is a very good idea so that justice can reach more people, and importantly people who can't afford it, because obviously litigation is expensive and not everybody has access. So hopefully this will be a stepping stone in the right direction to providing community justice as well as justice over matters people can't usually afford. The name Sikh court has been used and decided upon as a means of bringing to the Sikh community the mechanism of alternative dispute resolution. And the reason why the name Sikh court has been used is because any other name, such as, for example, a Sikh arbitral tribunal or a Sikh mediation, so on, does not have the same resonance and meaning within the Sikh community. Whereas if you got up in the Gurdwara and said that this is a family dispute between two warring families that should not really go to the courts because there are sensitivities involved, family honor issues involved, that it's better that it is talked about with your agreement, with the agreement of both parties in a Sikh court, that would have a much more impactful suggestion to them than actually taking matters to the courts, which are A, expensive, B, in the full glare of public publicity, and 3, of course, designed to create a
quite a lot of discomfort for the parties. A lot of people have been ringing us to say, how will it operate? Do you know anything about the Well, operation? it operates under arbitration rules. It operates, and this is very, very important to understand. It comes into being only if the parties agree. So it's not like where one party sues the other in a regular court, where the other does not want to have anything to do with that litigation. This is game changing, to be honest. This is something that's never been done before. And what it is Sikh who've been given the freedom to sort of go and develop our professional skills, now being able to give this professional saver back to the community. So it's an ability to help with the skills that Maharaj has given us to help our community, but not only to do that, but also to do it with compassion and nimarta, with real humility. In my work as an international legal director of United Sikhs, I often come across situations which clearly should not go to court, but need resolving. And often the community does not have a platform to get that done. So the Sikh court is the right answer. And in fact, it should be replicated around the world because that's what the need of the community is. And we need to let people know that these magistrates and these judges that have been appointed are not self-selected. That they went through a very rigorous process. They were all screened, and they were subject to proper interview process before them being accepted. So that's the first thing. Then the second thing is, I suppose, the work that they do will build confidence, and I think that so we have to keep it under review. And I think that we need to adapt and to modify, just as anybody else would learn from the process. As a judge of the Sikh court, I'm sure I'll be able to give much more to the community than I have been able to give the last 20 years as an advocate looking into Sikh identity issues, because the Sikh identity encompasses a lot more than just being a Sikh. It's also living as a Sikh and according to Sikh principles. So the Sikh court will give the people who come to us an opportunity to be heard by Sikhs who understand their cultural, religious upbringing and background. And yet give them a relief in the secular world. And I look forward to my years serving on the Sikh court. Vaheguru Ji Ka Khalsa, Vaheguru Ji Ki ਇਸੇ ਨਾਲ ਦਿਓ ਇਜਾਜ਼ਤ। ਉਮੀਦ ਹੈ ਖਬਰਸਾਰ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਸਾਰਥਕ ਲੱਗੀ ਹੋਵੇਗੀ। ਜੇ ਹਾਂ ਤਾਂ ਆਪਣੀ ਰਾਏ ਵੀ ਜ਼ਰੂਰ ਦਿਓ। ਹੇਠਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਕੇ ਦੱਸੋ। ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਅਤੇ ਸਬਸਕ੍ਰਾਈਬ ਵੀ ਕਰ ਦਿਓ। ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਖੁਸ਼ ਰਹੋ, ਆਬਾਦ ਰਹੋ। ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਅਗਲੇ ਹਫਤੇ। ਤਦ ਤੱਕ ਸਾਂਝੀ ਕਰੋ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।